ਜਿਹੜਾ ਗੁਰੂ ਅਨੁਸਾਰੀ ਜੀਵਨ ਬਤੀਤ ਕਰਦਾ ਹੈ, ਬਸਰ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਗੁਰਮੁਖ ਬਣ ਕੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆ, ਉਹਨੂੰ ਧਿਆਉਣਾ ਕਰ। ਸਤਿਗੁਰਾਂ ਨੇ ਫਿਰ ਨਾਲ ਗੱਲ ਕੀਤੀ, ਨਾਮ ਨਿਧਾਨ ਸਦ ਮਨ ਵਸੈ, ਨਾਮ ਗੁਣਾਂ ਦਾ ਖਜ਼ਾਨਾ ਹੈ। ਜਦੋਂ ਫਿਰ ਕੋਈ ਗੁਰਮੁਖ ਜਨ ਕਰਤਾਰ ਦੇ ਨਾਮ ਨੂੰ ਧਿਆਉਂਦਾ ਹੈ, ਜਪਦਾ ਹੈ, ਇਹ ਗੁਣਾਂ ਦਾ ਖਜ਼ਾਨਾ ਨਾਮ ਫਿਰ ਉਹਦੀ ਜ਼ਿੰਦਗੀ ਵਿੱਚ ਵਸ ਜਾਂਦਾ ਹੈ, ਉਹਦੇ ਹਿਰਦੇ ਰੂਪੀ ਘਰ ਵਿੱਚ ਵਸ ਜਾਂਦਾ ਹੈ। ਜਿਨ੍ਹਾਂ ਦੀ ਜ਼ਿੰਦਗੀ 'ਚ, ਜਿਨ੍ਹਾਂ ਦੇ ਹਿਰਦੇ 'ਚ ਇਹ ਨਾਮ ਰੂਪੀ ਖਜ਼ਾਨਾ ਵਸਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਪਰਮਾਤਮਾ ਦੇ ਘਰ ਵਿੱਚ ਜਗ੍ਹਾ ਮਿਲਦੀ ਹੈ, ਥਾਂ ਮਿਲਦੀ ਹੈ। ਨਾਮ ਨਿਧਾਨ ਮਨ ਵਸੈ, ਮੈਲੀ ਪਾਵੈ ਥਾਉ। ਰੱਬ ਦੇ ਘਰ ਵਿੱਚ ਜਗ੍ਹਾ ਮਿਲਦੀ ਹੈ, ਰੱਬ ਦੇ ਘਰ ਵਿੱਚ ਫਿਰ ਉਹਨਾਂ ਨੂੰ ਥਾਂ ਮਿਲਦੀ ਹੈ। ਕਰਤਾਰ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ, ਪਰ ਇਸ ਗੱਲ ਦੀ ਸਮਝ ਸਾਨੂੰ ਨਹੀਂ ਹੈ। ਜਿਵੇਂ ਇੱਕ ਬਹੁਤ ਬਜ਼ੁਰਗ ਬਿਮਾਰ ਹੋ ਗਿਆ, ਮੰਜੇ ਤੇ ਪੈ ਗਿਆ, ਅਖੀਰੀ ਸਮਾਂ ਨੇੜੇ ਜਾਪਦਾ ਵੇਖ ਕੇ ਆਪਣੇ ਦੋਵੇਂ ਪੁੱਤਰਾਂ ਨੂੰ ਕੋਲ ਬੁਲਾਇਆ। ਉਹਨਾਂ ਨੂੰ ਕੋਲ ਬੁਲਾ ਕਰਕੇ ਆਪਣੇ ਵੱਲੋਂ ਇੱਕ ਲੋਹੇ ਦਾ ਸੰਦੂਕ ਉਹਨਾਂ ਨੂੰ ਦਿੱਤਾ ਤੇ ਨਾਲੇ ਬਾਤ ਕਹੀ ਕਿ ਆ ਜਿਹੜਾ ਲੋਹੇ ਦਾ ਸੰਦੂਕ ਹੈ ਨਾ, ਇਹਨੂੰ ਸਾਂਭ ਕੇ ਰੱਖਿਓ, ਇਹ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ। ਮੈਂ ਖੂਨ ਪਸੀਨਾ ਇੱਕ ਕਰਕੇ ਸਾਰੀ ਜ਼ਿੰਦਗੀ ਆ ਕੁਝ ਜੋੜਿਆ, ਕਮਾਇਆ। ਇਹ ਸਰਮਾਇਆ ਹੈ ਮੇਰਾ, ਜੋ ਮੈਂ ਆਪਣੀ ਜ਼ਿੰਦਗੀ 'ਚ, ਆਪਣੀ ਲਾਈਫ ਵਿੱਚ ਕਮਾ ਕੇ ਰੱਖਿਆ। ਉਸ ਸੰਦੂਕ ਨੂੰ 3 ਤਾਲੇ ਲੱਗੇ ਹੋਏ ਸੀ। ਬੱਚਿਆਂ ਨੇ ਸੰਦੂਕ ਆਪਣੇ ਕੋਲ ਰੱਖ ਲਿਆ, ਕਿਉਂਕਿ ਅਮੀਰ ਸਨ, ਧਨਾੜ ਸਨ, ਕਾਰੋਬਾਰ ਚੰਗਾ ਸੀ। ਪਿਤਾ ਪੁਰਖੀ ਕੰਮ ਵਧੀਆ ਚੱਲਦਾ ਆ ਰਿਹਾ ਸੀ, ਆਨੰਦਮਈ ਜ਼ਿੰਦਗੀ ਸੀ। ਸਮੇਂ ਨੇ ਪਲਟਾ ਖਾਧਾ, ਸਭ ਕੁਝ ਖੁੱਸ ਗਿਆ, ਰੁਪਈਆ ਪੈਸਾ ਚਲਾ ਗਿਆ, ਡੁੱਬ ਗਿਆ, ਕਾਰੋਬਾਰ ਠੱਪ ਹੋ ਗਿਆ। ਹਾਲਾਤ ਇੱਥੋਂ ਤੱਕ ਬਣ ਗਏ ਕਿ ਮੰਗਣ ਤੱਕ ਮਜਬੂਰ ਹੋ ਗਏ। ਜਿਹੜਾ ਸੰਦੂਕ ਪਿਤਾ ਜੀ ਦੇ ਕੇ ਗਏ ਸਨ, ਉਹ ਸੰਦੂਕ ਬੜਾ ਸਾਂਭ ਕੇ ਰੱਖਿਆ ਵੀ ਸਾਡੇ ਪਿਤਾ ਦੀ ਨਿਸ਼ਾਨੀ ਹੈ। ਉਹਦੇ ਉੱਪਰ ਸੋਹਣੇ ਰੁਮਾਲੇ ਪਾਉਣੇ, ਸੋਹਣੇ ਤਰੀਕੇ ਨਾਲ ਉਹਨੂੰ ਸਜਾ ਕੇ ਰੱਖਣਾ, ਧੂਫ ਬੱਤੀ ਕਰਨੀ ਹਰ ਰੋਜ਼ ਸਵੇਰੇ ਉੱਠ ਕੇ। ਉਦੋਂ ਤੋਂ ਹੀ ਕਰਦੇ ਆ ਰਹੇ ਸਨ, ਜਦੋਂ ਤੋਂ ਪਿਤਾ ਜੀ ਦੇ ਕੇ ਗਏ। ਹਰ ਰੋਜ਼ ਉਹਨੂੰ ਮੱਥਾ ਟੇਕਣਾ ਵੀ ਸਾਡੇ ਪਿਤਾ ਦੀ ਨਿਸ਼ਾਨੀ ਹੈ। ਬੜੇ ਰੁਮਾਲੇ ਪਾਏ, ਬੜੀ ਧੂਫ ਬੱਤੀ ਕੀਤੀ, ਬੜੇ ਉਹਨੂੰ ਮੱਥੇ ਟੇਕੇ, ਬੜਾ ਅਦਬ ਕੀਤਾ, ਬੜਾ ਸਤਿਕਾਰ ਕੀਤਾ ਉਸ ਖਜ਼ਾਨੇ ਦਾ, ਉਸ ਸੰਦੂਕ ਦਾ, ਜਿਹੜਾ ਪਿਤਾ ਜੀ ਦੇ ਕੇ ਗਏ। ਗਰੀਬੀ ਅੱਤ ਦੀ ਆ ਗਈ, ਰੋਟੀ ਮੰਗਣ ਤੱਕ ਮਜਬੂਰ ਹੋ ਗਏ, ਪਰ ਉਹਦੀ ਸੇਵਾ ਉਦਾਂ ਹੀ ਕਰਦੇ ਰਹੇ, ਉਦਾਂ ਹੀ। ਕਹਿੰਦੇ ਕਿ ਇੱਕ ਦਿਨ ਕੋਈ ਫਕੀਰ ਆਇਆ, ਉਹ ਫਕੀਰ ਆ ਕੇ ਇਹਨਾਂ ਦੇ ਘਰੋਂ ਮੰਗਦਾ ਹੈ
ਤੇ ਕਹਿੰਦੇ ਬਾਬਾ ਅਸੀਂ ਤੇ ਆਪ ਹੁਣ ਮੰਗਤੇ ਬਣੇ ਫਿਰਦੇ ਆ, ਹੈ ਅਸੀਂ ਰਾਜੇ ਸਾਂ, ਬੜਾ ਕੁਛ ਸੀ ਸਾਡੇ ਕੋਲ, ਪਰ ਸਭ ਕੁਝ ਖਤਮ ਹੋ ਗਿਆ। ਤੈਨੂੰ ਅਸੀਂ ਕੀ ਦਈਏ, ਸਾਡੇ ਕੋਲ ਕੱਖ ਨਹੀਂ। ਅਸੀਂ ਤੇ ਆਪ ਭੁੱਖੇ ਖਾਂ, ਸਾਨੂੰ ਤੇ ਆਪ ਰੋਟੀ ਨਹੀਂ ਮਿਲੀ। ਉਹ ਫਕੀਰ ਕਹਿੰਦਾ ਹੈ ਕੱਖ ਨਹੀਂ ਤੁਹਾਡੇ ਕੋਲੋਂ, ਕਹਿੰਦੇ ਨਾ, ਕਿਉਂਕਿ ਜਦੋਂ ਪਰਮਾਤਮਾ ਰਸਤਾ ਵਿਖਾਉਂਦਾ ਨਾ, ਫਿਰ ਉਹ ਰਾਹ ਖੋਲ ਦਿੰਦਾ ਅੱਗੇ ਦੀ ਅੱਗੇ। ਉਹ ਫਕੀਰ ਕਹਿੰਦਾ ਉਹ ਸਾਹਮਣੇ ਸੰਦੂਕ ਜਿਹੜਾ ਪਿਆ ਹੈ ਉਹਦੇ ਚ ਕੀ ਹੈ? ਉਹ ਕਹਿੰਦੇ ਸਾਡੇ ਪਿਤਾ ਦੀ ਨਿਸ਼ਾਨੀ ਹੈ, ਅਸੀਂ ਸਾਂਭ ਕੇ ਰੱਖੀ ਹੈ। ਕਹਿੰਦਾ ਇਹਨੂੰ ਖੋਲ ਕੇ ਤੇ ਵੇਖੋ। ਉਹਨੇ ਕਿਹਾ ਇਹਨੂੰ ਖੋਲੋ ਤੇ ਸਹੀ। ਉਹ ਕਹਿੰਦੇ ਨਹੀਂ ਅਸੀਂ ਖੋਲਣਾ ਨਹੀਂ, ਅਸੀਂ ਬੜਾ ਅਦਬ ਕਰਦੇ ਹਾਂ, ਬੜਾ ਸਤਿਕਾਰ ਕਰਦੇ ਹਾਂ, ਹਰ ਰੋਜ਼ ਧੂਪ ਬੱਤੀ ਕਰਦੇ ਹਾਂ, ਮੱਥੇ ਟੇਕਦੇ ਹਾਂ, ਅਸੀਂ ਇਹਨੂੰ ਖੋਲਣਾ ਨਹੀਂ, ਕਿਉਂਕਿ ਸਾਡੇ ਪਿਤਾ ਦੀ ਕੋਈ ਇੱਕ ਨਿਸ਼ਾਨੀ ਉਹ ਜਾਂਦੀ ਵਾਰ ਦੇ ਕੇ ਗਏ ਆ ਵੀ ਸਾਂਭ ਕੇ ਰੱਖਿਓ। ਉਹ ਕਹਿੰਦਾ ਠੀਕ ਆ ਤੁਸੀਂ ਸਾਂਭੀ ਹੋਈ ਆ, ਪਰ ਖੋਲੋ ਤੇ ਸਹੀ ਨਾ, ਵੇਖੋ ਤੇ ਸਹੀ ਵੀ ਇਹਦੇ ਵਿੱਚ ਹੈ ਕੀ ਹੈ। ਜ਼ਿਆਦਾ ਕਹਿਣ ਤੇ ਉਹਨਾਂ ਨੇ ਉਹਦੇ ਤਾਲੇ, ਜਿਹੜੇ 3 ਤਾਲੇ ਲੱਗੇ ਸਨ, ਉਹ ਤੋੜ ਦਿੱਤੇ। ਜਦੋਂ ਉਹ ਖੋਲ ਕੇ ਵੇਖਦੇ ਹਨ ਤੇ ਉਹਦੇ ਵਿੱਚ ਬੇਅਥਾ ਸੋਨੇ ਦੀਆਂ ਮੋਹਰਾਂ ਸਨ, ਸੋਨੇ ਦੀਆਂ ਮੋਹਰਾਂ। ਮਾਨੋ ਕਿ ਜਿਹੜੀ ਉਹ ਗਰੀਬੀ ਆਈ ਸੀ ਉਹ ਸੋਨੇ ਦੀਆਂ ਮੋਹਰਾਂ ਨਾਲ ਕੱਟੀ ਜਾ ਸਕਦੀ, ਇੰਨਾ ਕੁ ਧਨ ਪਿਆ ਸੀ ਉਹਦੇ ਅੰਦਰ, ਇੰਨਾ ਕੁ ਜ਼ਿਆਦਾ ਸੋਨਾ ਸੀਗਾ ਉਸ ਸੰਦੂਕ ਦੇ ਅੰਦਰ, ਪਰ ਕਦੀ ਖੋਲਿਆ ਨਹੀਂ। ਮੱਥੇ ਟੇਕਦੇ ਰਹੇ, ਧੂਪ ਬੱਤੀ ਕਰਦੇ ਰਹੇ, ਕਾਰੋਬਾਰ ਚੰਗਾ ਸੀ, ਪਰ ਠੱਪ ਹੋ ਗਿਆ। ਫਿਰ ਵੀ ਧੂਪ ਬੱਤੀ ਤੇ ਲੱਗੇ ਰਹੇ, ਖੋਲਿਆ ਨਹੀਂ। ਇਸੇ ਤਰ੍ਹਾਂ ਦੀ ਹਾਲਤ ਸਾਡੀ ਵੀ ਹੈ, ਇਸੇ ਤਰ੍ਹਾਂ ਦੀ ਹਾਲਤ ਸਾਡੀ ਵੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ। ਤੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਮਾਲੇ ਚੜਾਉਣ ਤੱਕ ਸੀਮਤ ਰਹਿ ਗਏ, ਧੂਫ ਬੱਤੀ ਕਰਨ ਤੱਕ ਸੀਮਤ ਰਹਿ ਗਏ, ਟੱਲੀਆਂ ਖੜਕਾਉਣ ਤੱਕ ਸੀਮਤ ਰਹਿ ਗਏ। ਆਰਤੀਆਂ ਕਰਨ ਵਾਲੇ ਆਰਤੀਆਂ ਪੇ ਕਰਦੇ ਆ। ਖਜ਼ਾਨਾ ਸੀਗਾ ਕੋਲ, ਪਰ ਖਜ਼ਾਨੇ ਦੀ ਅਹਿਮੀਅਤ ਨਹੀਂ ਸੀ ਪਤਾ। ਇਹੀ ਕਹਿੰਦੇ ਰਹੇ ਸਾਡੇ ਪਿਓ ਦਾਦਿਆਂ ਪੁਰਖਿਆਂ ਨੇ ਸਾਨੂੰ ਇਹ ਖਜ਼ਾਨਾ ਦਿੱਤਾ, ਤੇ ਮੇਰੇ ਸਤਿਗੁਰਾਂ ਨੇ ਬਿਲਕੁਲ ਰੱਬੀ ਬਾਣੀ ਚ ਲਿਖਿਆ ਵੀ ਖਜ਼ਾਨਾ ਪੂਜਣ ਵਾਸਤੇ ਨਹੀਂ, ਖਜ਼ਾਨਾ ਮੱਥੇ ਟੇਕਣ ਵਾਸਤੇ ਨਹੀਂ, ਖਜ਼ਾਨਾ ਪਰਿਕਰਮਾ ਕਰਨ ਵਾਸਤੇ ਨਹੀਂ, ਖਜ਼ਾਨਾ ਬਹਿਣ ਵਾਸਤੇ ਨਹੀਂ ਵੀ 5-10 ਮਿੰਟ ਬੈਠੇ ਤੇ ਉੱਠ ਕੇ ਚਲੇ ਗਏ, ਇਸੇ ਵਾਸਤੇ ਨਹੀਂ। ਕਾਹਦੇ ਲਈ ਖਜ਼ਾਨਾ? ਸਭ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ, ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਜਿਹੜਾ ਪਿਓ ਦਾਦੇ ਨੇ ਸਾਨੂੰ ਆ ਖਜ਼ਾਨਾ ਦਿੱਤਾ, ਖੋਲਣ ਵਾਸਤੇ ਸੀਗਾ, ਇਹਨੂੰ ਖੋਲਣਾ ਸੀ, ਪਰ ਇਹਨੂੰ ਖੋਲ ਕੇ ਤੇ ਕਦੀ ਵੇਖਿਆ ਨਹੀਂ, ਖੋਲ ਕੇ ਨਹੀਂ ਵੇਖਿਆ ਇਸ ਖਜ਼ਾਨੇ ਨੂੰ, ਵੀ ਖੋਲ ਕੇ ਵੇਖੀਏ, ਖੋਜੀਏ, ਇਹਨਾਂ ਸ਼ਬਦਾਂ ਦੀ ਵਿਚਾਰ ਕਰੀਏ, ਕੀ ਲਿਖਿਆ ਮੇਰੇ ਸਤਿਗੁਰਾਂ ਨੇ, ਆ ਖਜ਼ਾਨੇ 'ਚ ਕੀ ਕੁਝ ਪਾ ਕੇ ਦਿੱਤਾ ਸਾਨੂੰ, ਕੀ ਕਰਦੇ ਰਹੇ ਅਸੀਂ। ਉਹਨਾਂ ਅਣਜਾਣ ਦੋਵੇਂ ਬੱਚਿਆਂ ਦੀ ਤਰ੍ਹਾਂ ਅਸੀਂ ਵੀ ਮੱਥੇ ਟੇਕਦੇ ਰਹੇ, ਰੁਮਾਲੇ ਚੜਾਉਂਦੇ ਰਹੇ,
परिक्रमा करते रहे, पर कदी इस बापू नूं इस खजाने नूं खोल के वेख ही ना सके। विचारिया ही नहीं कदी भी ये खजाने दे अंदर की कुछ पिया। असी गरीब क्यों, विचारा करके क्यों गरीब हाँ? उंज असी बहुत अमीर हाँ, विचारा करके असी गरीब हाँ। क्यों? क्योंकि साडे अंदर गुरु ग्रंथ साहिब महाराज की विचारधारा नहीं है। अदर धर्म भी साडे धर्म की वडियाई करते हैं। क्यों करते हैं? क्योंकि उन्होंने इस ग्रंथ नूं खोल के वेखिया है, उन्होंने इस खजाने नूं खोल के वेखिया, रमालियां नाल टकिया नहीं। ते जिन्हां ने खोल के वेखिया, जिन्हां ने विचारिया, जिन्हां ने पढ़िया, वो कहंदे आ भी सिख कौम कोल बहुत वड्डा खजाना है। साडे कोल जिड्डी वड्डी विचारधारा है, एडी वड्डी विचारधारा और किसी कोल नहीं। पर गल ते इह आ भी जे खजाने नूं खोलांगे ते तां सानूं पता लगेगा। खजाना ते ज्यों दी त्यों ही पिया और एक कदी खत्म होने वाला नहीं। सामने असी गरीब हाँ, विचारा करके तां करके सानू कोई विचार नहीं आउंदी। जदों साडे अगे कोई मैक लैके गल करदा ना कि दसो गुरु ग्रंथ साहिब महाराज बारे की जानदे हो, जाणीए ते तां असीं हुण अगला उहनूं पुछे जिहड़े खजाने नूं मत्था टेकदे सन, आ खजाने बारे की जानदे हो? नहीं पता। सिर्फ इन्ना जानदे आ भी साडा प्यो सानूं दे गया सी। उन्हां नूं नहीं पता भी उन्हां दे प्यो ने किद्दां किद्दां मेहनत करके इस खजाने नूं बनाया। उन्हां बच्चिआं नूं नहीं सी पता भी किद्दां किद्दां मेहनत करके साडे पिता ने आ अरसफियां, आ मोहरां सोने दियां जोड़ियां। इन्नी नॉलेज नहीं सी, क्योंकि जे पिता नूं पुछिया हुंदा, पिता जी दसो किवें जोड़ियां तुसीं आ मोहरां, ते पिता दसदा भी आ तरीके नाल मैं पैसा कमाया, इदां जोड़ियां। पर कदी पुछिया ही नहीं सी अपने प्यो नूं। इस कारण करके वो खजाने बारे नहीं सन जानदे। उहदे अंतरीवी विच की पिया है, किवें इकट्ठियां कीतियां गईयां मोहरां नहीं सी पता। उन्हां नूं ते इह भी नहीं सी पता भी इहदे च मोहरां ने ते की है, क्योंकि कल्ला खजाना ही दे के गया सी प्यो, लोहे दा संदूक ही दे के गया सी, पर विच की सी जानकारी नहीं सी, क्योंकि कदी पुछिया नहीं सी पिता नूं। अमीर सन पहला ते पुछण दी लोड़ भी नहीं पई। इस तरह असीं रुपये पैसे करके अमीर हां, पर विचारा करके असीं गरीब हाँ, गरीब हां। तां करके सानू नहीं नॉलेज गुरु ग्रंथ साहिब महाराज जी दे किन्ने अंग, किन्नियां वारां, किन्नियां धुनां ने, किन्ने महापुरखां दी बाणी है, केड़ी केड़ी बाणी है, इतिहासिक शब्द किन्ने ने, बड़ा कुछ है जे विचारिए इस खजाने च पिया, बड़ा कुछ। पर खजाना मत्था टेकन तक है। साडी ये गरीबी चली जावे, बाहरी गरीबी दूर करने लई भी अरदासां करदे ना, किहदे कोल करदे आ? इसे बापू कोल करदे आ। कदी अंतरीवी गरीबी कट्टी जावे, ये भी अरदास करिया करो, सतगुरु असीं विचारां करके अमीर हो जाइए। रुपया पैसा साडे कोल बहुत, असीं बहुत अमीर हां, पर सतगुरु कृपा कर असीं विचारां करके भी अमीर होइए, ते वो अमीरी इस बापू ने देनी है
ਜਦੋਂ ਇਹਨੂੰ ਖੋਲ ਕੇ ਪੜਾਂਗੇ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਤਾਂ ਗੁਣ ਜਿਹੜੇ ਕਣ ਸਾਡੇ ਅੰਦਰ ਪ੍ਰਗਟ ਹੋਣਗੇ, ਸਾਡੇ ਅੰਦਰ ਪੈਦਾ ਹੋਣਗੇ ਜਦੋਂ ਇਹਨੂੰ ਖੋਲ ਕੇ ਪੜਾਂਗੇ। ਬੱਚੇ ਨੂੰ ਵੀ ਇੱਕ ਖਜ਼ਾਨਾ ਦਿੱਤਾ ਜਾਂਦਾ ਹੈ। ਨਿਹੰਗ ਸਿੰਘ ਵੀ ਇੱਕ ਖਜ਼ਾਨਾ ਪਾਉਂਦੇ ਆ। ਖੱਬੇ ਪਾਸੇ ਦੀ ਕਿਰਪਾਨ ਤੇ ਸੱਜੇ ਪਾਸੇ ਦੀ ਖਜ਼ਾਨਾ ਹੁੰਦਾ ਹੈ। ਤਾਂ ਕਰਕੇ ਅੱਜ ਗਾਤਰਿਆਂ ਦਾ ਕ੍ਰਾਸ ਬਣਿਆ ਹੁੰਦਾ, ਨਿਸ਼ਾਨ ਬਣਿਆ ਹੁੰਦਾ ਐਕਸ ਦਾ, ਕਿਉਂਕਿ ਇੱਕ ਪਾਸੇ ਉਹਨਾਂ ਦੇ ਖਜ਼ਾਨਾ ਹੁੰਦਾ। ਖਜ਼ਾਨਾ ਨਿਹੰਗ ਸਿੰਘ ਕਿਹਨੂੰ ਕਹਿੰਦੇ ਆ? ਪੈਸੇ ਪਾਉਣ ਵਾਲੇ ਖਜ਼ਾਨੇ ਦੀ ਗੱਲ ਨਹੀਂ ਹੈ। ਭਾਵੇਂ ਅੱਜ ਹੋ ਸਕਦਾ ਵੀ ਕਈਆਂ ਕੋਲ ਪੈਸੇ ਪਾਉਣ ਲਈ ਉਹ ਰੱਖਿਆ ਹੋਵੇ, ਰੱਖਿਆ ਹੁੰਦਾ ਕਈਆਂ ਨੇ। ਤੁਸੀਂ ਆਮ ਵੇਖਦੇ ਹੁਣ ਇੰਨਾ ਕੁ ਜ਼ਿਆਦਾ ਇਹ ਚੀਜ਼ਾਂ ਵੇਖੋ ਨਾ ਕਿੱਧਰ ਤੱਕ ਚਲੀਆਂ ਗਈਆਂ, ਵੈਸਟਰਨ ਤੱਕ ਚਲੀਆਂ ਗਈਆਂ ਹੈ ਸਾਡੀਆਂ। ਅੱਜ ਆਪਣੇ ਬੱਚੀਆਂ ਜਿਹੜੀਆਂ ਨੇ ਉਹ ਛੋਟੇ ਛੋਟੇ ਜਿਹੇ ਜਿਹੜੇ ਬੈਗ ਹੁੰਦੇ ਆ, ਉਹਨਾਂ ਦੇ ਵੱਡੀ ਸਾਰੀ ਤਣੀ ਲੱਗੀ ਹੁੰਦੀ ਆ, ਉਹ ਗਲ ਚ ਲਟਕਾਈ ਫਿਰਦੀਆਂ, ਉਹਦੇ ਚ ਪੈਸੇ ਹੁੰਦੇ ਆ। ਏਡਾ ਕੁ ਬੈਗ ਛੋਟਾ ਜਿਹਾ ਨਿੱਕਾ ਜਿਹਾ ਪਰਸ, ਜਿਹਨੂੰ ਵੱਡੀ ਸਾਰੀ ਤਣੀ ਲੱਗੀ ਗਲ ਚ ਪਾਉਣ ਲਈ। ਕੀ ਆ ਉਹ? ਖਜ਼ਾਨਾ ਨਾ, ਜਿਸ ਚ ਪੈਸੇ ਪਾਈਦੇ ਉਹਨੂੰ ਖਜ਼ਾਨਾ ਕਹਿੰਦੇ। ਪਰ ਇਹ ਨਿਹੰਗ ਸਿੰਘਾਂ ਕੋਲ ਹੁੰਦਾ ਸੀ ਪਹਿਲੇ ਸਮਿਆਂ ਚ, ਪੁਰਾਤਨ ਸਮਿਆਂ ਚ। ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਇਹ ਖਜ਼ਾਨਾ ਆਪਣੇ ਨਾਲ ਰੱਖਦੀਆਂ ਸਨ, ਪੈਸੇ ਪਾਉਣ ਨੂੰ ਨਹੀਂ। ਇਹਦੇ ਚ ਪੋਥੀਆਂ ਹੁੰਦੀਆਂ ਸਨ, ਗੁਟਕਾ ਸਾਹਿਬ ਹੁੰਦਾ ਸੀ ਰੱਬੀ ਬਾਣੀ ਦਾ। ਨਿਹੰਗ ਸਿੰਘਾਂ ਨੂੰ ਪੁੱਛਿਆ ਜਾਣਾ ਇਹ ਕੀ ਹੈ? ਉਹਨਾਂ ਨੇ ਕਹਿਣਾ ਇਹ ਖਜ਼ਾਨਾ ਹੈ। ਤੇ ਪੁੱਛਣਾ ਬਾਬਾ ਖਜ਼ਾਨੇ ਚ ਕੀ ਕੁਝ ਪਾਈ ਫਿਰਦਾ ਹੈ? ਉਹਨਾਂ ਕਹਿਣਾ ਇਸ ਖਜ਼ਾਨੇ ਚ 5 ਗ੍ਰੰਥੀ ਹੈ, ਇੱਕ ਖਜ਼ਾਨੇ ਚ ਨਿਤਨੇਮ ਸਾਹਿਬ ਦਾ ਗੁਟਕਾ ਸਾਹਿਬ ਹੈ, ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਹੈ। ਵੱਡਾ ਸਾਰਾ ਖਜ਼ਾਨਾ ਹੁੰਦਾ ਜਿਹਦੇ ਵਿੱਚੋਂ ਪੋਥੀਆਂ ਪਾ ਕੇ ਰੱਖਦੇ ਆ ਗੁਰਮਤਿ ਦੀਆਂ, ਬਾਣੀ ਦੀਆਂ ਪੜ੍ਹਨ ਵਾਸਤੇ। ਤਾਂ ਉਹਨੂੰ ਉਹ ਖਜ਼ਾਨਾ ਕਹਿੰਦੇ ਸੀ। ਤੇ ਉਹ ਖਜ਼ਾਨਾ ਹਰ ਵਕਤ ਨਾਲ ਰਹਿੰਦਾ ਸੀ। ਆਪਣੀ ਜਿੰਦ ਜਾਨ ਤੋਂ ਵੱਧ ਉਸ ਖਜ਼ਾਨੇ ਦੀ ਰਿਸਪੈਕਟ ਕਰਦੇ, ਸਾਂਭ ਕੇ ਰੱਖਦੇ। ਗਲੇ ਪਾਈ ਜਿਵੇਂ ਕਿਰਪਾਨ, ਉਵੇਂ ਗਲੇ ਪਾਇਆ ਉਹ ਖਜ਼ਾਨਾ ਹਰ ਵਕਤ ਉਹਨਾਂ ਦੇ ਨਾਲ ਰਹਿੰਦਾ। ਜਿਹੜਾ ਅੱਜ ਸਾਡੇ ਰੁਪਈਆਂ ਪੈਸਿਆਂ ਵਾਲਾ ਬੈਗ ਬਣ ਗਿਆ, ਉਹ ਪਾਉਂਦੇ ਆ ਨਾ ਚਮੜੇ ਦੀ ਤਣੀ ਜਿਹੀ ਵਾਲਾ। ਇਹ ਨਿਹੰਗ ਸਿੰਘਾਂ ਕੋਲ ਖਜ਼ਾਨਾ ਹੁੰਦਾ ਸੀ। ਇਹਦਾ ਬਦਲਵਾਂ ਰੂਪ ਹੈ ਹੁਣ ਅੱਜ। ਇਹ ਖਜ਼ਾਨਾ ਸਾਡੇ ਕੋਲ ਅਲੋਪ ਹੋ ਗਿਆ, ਜਿਹੜਾ ਅਸਲ ਖਜ਼ਾਨਾ ਸੀ। ਅਸਲ ਖਜ਼ਾਨਾ ਚਲਿਆ ਗਿਆ। ਬਾਣੀ ਦੀਆਂ ਪੋਥੀਆਂ ਨਾਲ ਰੱਖਣ ਦੀ ਗੱਲ ਤੇ ਬੜੀ ਦੂਰ ਦੀ ਹੈ। ਅਸੀਂ ਤੇ ਆਪਣੇ ਘਰਾਂ ਦੇ ਵਿੱਚ ਵੀ ਕਿਤਾਬਾਂ ਨਹੀਂ ਗੁਰਮਤਿ ਦੀਆਂ ਰੱਖ ਸਕੇ। ਸਾਡੀ ਇੰਨੀ ਜ਼ਿਆਦਾ ਸਾਨੂੰ ਮਾਰ ਪੈ ਗਈ। ਜੇ ਇੱਥੋਂ ਕੋਈ ਆ ਫਰੀ ਲਿਟਰੇਚਰ ਲੈ ਜਾਂਦਾ, ਫਰੀ ਲਿਟਰੇਚਰ, ਕੋਈ ਪੈਸਾ ਨਹੀਂ ਇਹਦਾ। ਆ ਜਿਹੜੀਆਂ ਕਿਤਾਬਾਂ ਇੱਥੇ ਲੈ ਕੇ ਆਈ ਦੀਆਂ ਨੇ ਫਰੀ ਲਿਟਰੇਚਰ, ਫਰੀ ਲਿਟਰੇਚਰ ਵੀ ਕੋਈ ਲੈ ਜਾਂਦਾ ਤੇ ਘਰੇ ਨਹੀਂ ਰੱਖਦਾ। ਪਹਿਲੀ ਗੱਲ ਤੇ ਅਗਲਾ ਪੜ੍ਹਦਾ ਨਹੀਂ। ਜੇ ਪੜ੍ਹ ਵੀ ਲਵੇ ਤੇ ਫਿਰ ਉਹ ਚੁੱਕ ਕੇ ਗੁਰਦੁਆਰਾ ਸਾਹਿਬ ਜਮ੍ਹਾਂ ਕਰਾਉਣ ਲਈ ਆ ਜਾਂਦਾ। ਇਹ ਸੰਭੋ ਆਪਣਾ, ਸਾਨੂੰ ਇਹਦੀ ਲੋੜ ਨਹੀਂ। ਜਿੰਨਾ ਮਰਜ਼ੀ ਵੰਡ ਕੇ ਵੇਖ ਲਓ। ਗੁਟਕਾ ਸਾਹਿਬ ਇੱਥੋਂ ਤੱਕ ਚਲੇ ਗਏ ਕਿ ਗੁਟਕਾ ਸਾਹਿਬ ਵੀ ਗੁਰਦੁਆਰਾ ਸਾਹਿਬ ਜਮ੍ਹਾਂ ਕਰਾਉਣ ਆਉਂਦੇ ਆ। ਪੁੱਛੀਦਾ ਕਿਉਂ? ਉਹ ਸਾਡੀ ਬੱਚੀ ਪੜ੍ਹਦੀ ਸੀ, ਉਹਦਾ ਹੁਣ ਵਿਆਹ ਹੋ ਗਿਆ, ਹੁਣ ਪਿੱਛੇ ਕੋਈ ਪੜ੍ਹਨ ਵਾਲਾ ਨਹੀਂ। ਸਮਝਦੇ ਹੋ ਇਸ ਗੱਲ? ਜਾਂ ਨਵੀਂ ਜਨਰੇਸ਼ਨ ਜਿਹੜੀ ਬਜ਼ੁਰਗ ਪੜ੍ਹਦੇ ਸਨ ਉਹ ਸਵਰਗਵਾਸ ਹੋ ਗਏ। ਤੇ ਆ ਗੁਟਕਾ ਸਾਹਿਬ ਨੇ ਜੀ ਤੁਸੀਂ ਗੁਰਦੁਆਰਾ ਸਾਹਿਬ ਜਮ੍ਹਾਂ ਕਰ ਲਓ, ਕਿਉਂਕਿ ਪਿੱਛੇ ਕੋਈ ਪੜ੍ਹਨ ਵਾਲਾ ਨਹੀਂ।
ਇਹ ਖਜ਼ਾਨੇ ਦੀ ਸਾਨੂੰ ਕੀਮਤ ਨਹੀਂ ਪਤਾ। ਜਿਹਦੀ ਕੀਮਤ ਪਤਾ ਹੁੰਦੀ ਤੇ ਅਸੀਂ ਸਾਂਭ ਕੇ ਰੱਖਦੇ। ਗੁਰਦੁਆਰਿਆਂ 'ਚ ਜਮ੍ਹਾਂ ਕਰਾਉਣ ਲਈ ਨਾ ਜਾਂਦੇ ਵੀ ਜਮ੍ਹਾਂ ਕਰ ਲਓ, ਸਾਨੂੰ ਇਹਦੀ ਲੋੜ ਨਹੀਂ। ਫਿਰ ਕਿਉਂ ਹੁੰਦਾ ਆ ਨਾ, ਜਦੋਂ ਕੋਈ ਪ੍ਰੋਗਰਾਮ ਹੁੰਦਾ, ਜਿਵੇਂ ਆਪਣੇ ਇੱਥੇ ਹੋਇਆ, ਕਿਤਾਬ 'ਚੋਂ ਸਾਨੂੰ ਤੇ ਜਾਣਕਾਰੀ ਮਿਲੀ। ਜਦੋਂ ਗੁਰਦੁਆਰੇ ਵੜਨਾ ਨਹੀਂ ਆਪਾਂ ਤੇ ਜਾਣਕਾਰੀ ਕਿਤਾਬਾਂ 'ਚੋਂ ਲੈਣੀ, ਉਹ ਵੀ ਅਧੂਰੀ। ਸਾਰੇ ਬੱਚੇ ਥੋੜਾ ਪਾਸ ਹੋ ਗਏ। ਕਿੰਨੇ ਬੱਚੇ, 4 ਜਾਂ 5 ਜਾਂ 6 ਬੱਚੇ ਕੱਢੇ ਉਹਨਾਂ, ਜਿਹੜੇ ਉਹ ਹੌਰ ਸੀਟ ਤੇ ਬੈਠਣੇ ਸੀ। ਕਾਰਨ ਕੀ ਸੀ ਕਿ ਅਸੀਂ ਇਸ ਖਜ਼ਾਨੇ ਨੂੰ ਨਾ ਕਦੀ ਖੋਲਿਆ, ਨਾ ਪੜ੍ਹਿਆ ਤੇ ਨਾ ਕਦੀ ਲਾਗੇ ਗਏ। ਮੱਥਾ ਟੇਕਿਆ, ਗੁਰਦੁਆਰੇ ਪਰਿਕਰਮਾ ਕੀਤੀਆਂ ਤੇ ਘਰ ਚਲੇ ਗਏ। ਜਾਣਕਾਰੀ ਕਿੱਥੋਂ ਆਉਣੀ ਸੀ? ਅੱਧਿਓਂ ਵੱਧ ਜਾਣਕਾਰੀ ਕਲਾਸ ਵਿੱਚ ਮਿਲ ਜਾਂਦੀ ਹੈ। ਜਿਹੜੇ ਬੱਚੇ ਰੈਗੂਲਰ ਪੜ੍ਹਦੇ ਆ, ਕਲਾਸ ਲਵਾਉਂਦੇ, ਕਾਲਜ ਜਾਂਦੇ ਆ, ਲੈਕਚਰ ਲੱਗਦਾ ਤੇ ਲੈਕਚਰ ਵਿੱਚ ਹੀ ਅੱਧਿਓਂ ਜ਼ਿਆਦਾ ਬੱਚਾ ਪੜ੍ਹ ਜਾਂਦਾ। ਉਹਨੂੰ ਲੋੜ ਨਹੀਂ ਪੈਂਦੀ ਬਹੁਤੀਆਂ ਕਿਤਾਬਾਂ ਚੁੱਕਣ। 50% ਤੋਂ ਉੱਪਰ ਦਾ ਸਿਲੇਬਸ ਉਹ ਕਵਰ ਕਰ ਲੈਂਦਾ ਕਲਾਸਾਂ 'ਚ, ਜੇ ਧਿਆਨ ਨਾਲ ਆਪਣੇ ਪ੍ਰੋਫੈਸਰ ਦੀਆਂ ਗੱਲਾਂ ਸੁਣੇ, ਧਿਆਨ ਨਾਲ। ਫਿਰ ਉਹ ਦੱਸ ਦਿੰਦਾ ਵੀ ਆਹ ਕੁਐਸਚਨ ਵੈਰੀ ਇੰਪੋਰਟੈਂਟ ਨੇ, ਇਹ ਆਉਣਗੇ ਹੀ ਆਉਣਗੇ, ਤੇ ਸਮਝ ਪੈ ਜਾਂਦੀ ਹੈ। ਜੇ ਆਪਾਂ ਕਲਾਸ ਹੀ ਨਾ, ਜਿਹੜੇ ਬੱਚੇ ਕਾਲਜ ਤੇ ਜਾਂਦੇ ਆ, ਹਾਜ਼ਰੀ ਤੇ ਲਵਾਉਂਦੇ ਆ, ਪਹਿਲਾ ਪੀਰੀਅਡ ਅਟੈਂਡ ਕਰਦੇ ਆ, ਪਰ ਉਦੋਂ ਬਾਅਦ ਇੱਕ ਵੀ ਕਲਾਸ ਨਹੀਂ ਲਵਾਉਂਦੇ। ਕਿ ਹਾਜ਼ਰੀ ਲਵਾਉਣ ਗਏ, ਸਿਰਫ ਹਾਜ਼ਰੀ ਤੇ ਲੱਗ ਗਈ, ਪਰ ਸਿਲੇਬਸ ਨਾ ਪੜ੍ਹਿਆ ਤੇ ਨਾ ਸੁਣਿਆ। ਕਿ ਉਹ ਬੱਚਾ ਕਵਰਿੰਗ ਕਰ ਲੇਗਾ? ਨਹੀਂ ਹੋਣਾ, ਉਹਦੇ ਤੋਂ ਸਿਲੇਬਸ ਕਵਰ ਨਹੀਂ ਹੋਣਾ। ਇਸੇ ਤਰ੍ਹਾਂ ਦੀ ਹਾਲਤ ਸਾਡੀ ਹੈ। ਅਸੀਂ ਹਾਜ਼ਰੀ ਲਵਾਉਣ ਤੇ ਆਉਂਦੇ ਆ, ਹਾਜ਼ਰੀ ਲਵਾ ਲਈ, ਉਦੋਂ ਮੁੜ ਕੇ ਜਿਹੜੀ ਕਲਾਸ ਸੀ ਉਹ ਤੇ ਅਟੈਂਡ ਹੀ ਨਹੀਂ ਕੀਤੀ। ਸਾਨੂੰ ਕੀ ਸਮਝ ਆਉਣੀ ਹੈ ਗੁਰੂ ਗ੍ਰੰਥ ਸਾਹਿਬ ਦੀ? ਸਾਨੂੰ ਕੀ ਸਮਝ ਆਉਣੀ ਗੁਰ ਇਤਿਹਾਸ ਦੀ? ਅਸੀਂ ਤੇ ਕੇਵਲ ਹਾਜ਼ਰੀ ਲਵਾਉਣ। ਕਿਸੇ ਨੂੰ ਪੁੱਛ ਲਿਓ, ਅਗਲੇ ਨੂੰ ਪੁੱਛੋ ਕਿੱਥੇ ਚੱਲਿਆ? ਗੁਰਦੁਆਰਾ ਸਾਹਿਬ ਹਾਜ਼ਰੀ ਲਵਾਉਣ ਚੱਲਿਆ। ਗੁਰਦੁਆਰਾ ਸਾਹਿਬ ਹਾਜ਼ਰੀ ਲੱਗ ਗਈ ਮੇਰੀ, ਜਾਂ ਹਾਜ਼ਰੀ ਲਵਾਉਣ ਚੱਲਿਆ, ਆਹ ਗੱਲ ਹੁੰਦੀ ਹੈ ਬੰਦੇ ਕੋਲ। ਕਦੀ ਨਹੀਂ ਕਹਿੰਦਾ ਵੀ ਗੁਰਦੁਆਰਾ ਸਾਹਿਬ ਮੈਂ ਕੁਝ ਸਿੱਖਣ ਚੱਲਿਆ, ਕੁਝ ਗਿਆਨ ਪ੍ਰਾਪਤ ਕਰਨ ਚੱਲਿਆ। ਪਹਿਲੀ ਗੱਲ ਤੇ ਗੁਰਦੁਆਰਿਆਂ 'ਚ ਇੱਦਾਂ ਦੇ ਗ੍ਰੰਥੀ ਨਹੀਂ ਜਿਹੜੇ ਕੋਈ ਗਿਆਨ ਦੀ ਗੱਲ ਕਰਨ। ਅਗਲੇ ਰੱਖਦੀ ਉੱਦਾਂ ਦੇ ਆ ਵੀ ਡਾਲੀ ਕਰੋ ਸਵੇਰੇ ਸ਼ਾਮ ਤੇ ਆਨੰਦ ਲਵੋ। ਤੁਸੀਂ ਕੀ ਲੈਣਾ ਇਸ ਖਜ਼ਾਨੇ ਤੋਂ, ਇਸ ਗਿਆਨ ਤੋਂ? ਤੇ ਜਿੱਥੇ ਕੋਈ ਹੈਗਾ ਉੱਥੇ ਅਸੀਂ ਜਾ ਕੇ ਰਾਜੀ ਨਹੀਂ। ਵੀ ਬਾਬੇ ਨੇ ਹੁਣ ਕਥਾ ਸ਼ੁਰੂ ਕਰ ਲੈਣੀ ਹੈ, ਫਿਰ ਅਸੀਂ ਘਰ ਦੇ ਕੰਮ ਕਾਰ ਕਰਨੇ ਹੁੰਦੇ ਆ। ਇਹ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਹੈ। ਕੌਣ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੇ ਅਸੀਂ ਇਹਦੇ ਤੋਂ ਦੂਰ ਹੋ ਗਏ ਨਾ, ਫਿਰ ਗੱਲ ਉਹੀ ਬੰਨੀ, ਏਤੀ ਮਾਰ ਪਈ ਕੁਰਲਾਣਾ। ਫਿਰ ਸਾਨੂੰ ਮਾਰ ਪੈਣੀ। ਸਮੇਂ ਨੇ ਜ਼ਰੂਰ ਬਦਲਣਾ ਹੈ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਖਜ਼ਾਨੇ ਤੋਂ ਦੂਰ ਨਾ ਹੋਈਏ। ਜਿਹੜਾ ਖਜ਼ਾਨਾ ਸਾਨੂੰ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਦਸਮ ਪਿਤਾ ਤੱਕ ਮਿਲਿਆ, ਇਹ ਖਜ਼ਾਨੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਇਸ ਖਜ਼ਾਨੇ 'ਚ ਬੜਾ ਕੁਝ ਹੈ, ਪਰ ਜੇ ਖੋਜਾਂਗੇ ਤੇ ਪਾਵਾਂਗੇ, ਪ੍ਰਾਪਤ ਕਰਾਂਗੇ। ਜੇ ਖੋਜਾਂਗੇ ਨਹੀਂ ਤੇ ਕੀ ਮਿਲਣਾ ਹੈ? ਇਸ ਲਈ ਖੋਜੀਏ, ਜੋਈ ਜੋਈ ਖੋਜੈ